जी की फतेह। संगत जी, अज असी शब्द करांगे वणजारे सिख आमदे शब्द लंगावण हार। वणजारे जिस तरह सारिਆਂ ਨੂੰ पता है, बंजारे किन्हां ਨੂੰ ਕਹਿੰਦੇ ਨੇ जो भोजन वास्ते इधर उधर जाते ने और वसते ने जिथे उन्होंने भोजन की प्राप्ति होंदी है, भोजन की तलाश में इधर उधर जाते हैं। तो जिस तरह हर बारी मैं कहनी है कि बाबा जी ने सानू समझाने वास्ते सारे एग्जाम्पल्स नाल दिते ने कि वणजारे जिस तरह वणजारे भोजन वास्ते जाते ने, उस तरह ये साडा आत्मिक जिहड़ा जीवन है वो असी साडी जो आत्मा है वो भजन वास्ते साडे कर्मां दे करके ये बार बार जिस तरह वो वणजारे प्लेस टू प्लेस जाते हैं तो असी जूनिया दे फेरे च असी हर बारी जाने आ। ते इत्थे सानू सारे नालों पहला देखना है कि सानू बाणी कहती है कि कर्म करने हैं, क्योंकि जपजी साहब असी रोज करते हैं, कर्मी आपो अपनी के नेड़े के दूर। ਅਸੀਂ ਇੱਥੋਂ शुरू करांगे ਜਦੋਂ ਇਹ शरीर ਛੱਡ के ਜਦੋਂ कोई मनुख इस दुनिया तो ਜਾਂਦਾ है ਤੇ ਉਹਨੂੰ ਉਹਦੇ ਕਰਮਾਂ ਦੇ ਹਿਸਾਬ ਨਾਲ ਉਦੋਂ ਤੱਕ ਉਹਨੂੰ ਦੂਸਰਾ ਜਨਮ ਨਹੀਂ ਮਿਲਦਾ ਜਦੋਂ ਤੱਕ ਉਹਦੇ ਕਰਮਾਂ ਦੇ ਹਿਸਾਬ ਨਾਲ ਉਹਨੂੰ ਉਹ ਕਰਮਾਂ ਵਾਲੀ ਕੁੱਖ ਨਹੀਂ ਮਿਲਦੀ। ਉਸੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਜੋ ਕਰਮ ਅਸੀਂ ਕੀਤੇ ਹੁੰਦੇ ਨੇ, अगर जिन्ने अच्छे कर्म किए ने उहदे हिसाब नाल सानू वो कुख मिलेगी, अगर साडे बुरे कर्म हुंदे ने ते उहदे हिसाब दे नाल सानू वो कुख मिलदी है। उस टाइम तक जदों ये सब हुंदा जो असी की बाणी च पढ़दे हैं कि उत्थे धर्मराज लेखा मंगदे ने। धर्मराज ते किसी ने देखा नहीं, पर ये बिल्कुल है कि हिसाब किताब वो सच्ची दरगाह दे विच हुंदा है। इसीलिए जो साडे ਜਦੋਂ तक मनुख ਨੂੰ ਉਹ ਕੁੱਖ ਨਹੀਂ ਮਿਲਦੀ ਉਦੋਂ ਤੱਕ ਉਹਦਾ ਜਨਮ ਨਹੀਂ ਹੁੰਦਾ। ਉਹ ਚਾਹੇ 4 ਦਿਨਾਂ ਨੂੰ ਮਿਲੇ, ਚਾਹੇ 10 ਦਿਨਾਂ ਨੂੰ ਮਿਲੇ, ਚਾਹੇ 15 ਦਿਨਾਂ ਨੂੰ, ਚਾਹੇ 40 ਦਿਨਾਂ ਨੂੰ। ਔਰ ਕਈ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦੇ ਭਾਗ ਐਨੇ ਅੱਛੇ ਹੁੰਦੇ ਨੇ, ਜਿਨ੍ਹਾਂ ਨੇ ਐਨਾ ਹੀ ਭਗਤੀ ਕੀਤੀ ਹੁੰਦੀ ਆ ਤੇ ਉਹਨਾਂ ਦੇ ਹਿਸਾਬ ਦੇ ਨਾਲ ਕੁੱਖ ਨਹੀਂ ਮਿਲਦੀ ਤੇ ਉਹਨਾਂ ਨੂੰ ਉਦੋਂ ਤੱਕ ਜਨਮ ਵੀ ਨਹੀਂ ਮਿਲਦਾ। ਔਰ ਕਈਆਂ ਦੇ ਕਰਮ ਐਨੇ ਮਾੜੇ ਹੁੰਦੇ ਨੇ ਕਿ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਭੁੱਖ ਨਹੀਂ ਮਿਲਦੀ ਤੇ ਉਦੋਂ ਤੱਕ ਉਹਨਾਂ ਦਾ ਜਨਮ ਦੁਬਾਰਾ ਨਹੀਂ ਹੁੰਦਾ। ਤੇ ਸਾਨੂੰ ਬਾਣੀ ਨੇ ਕਿਹਾ ਹੈ ਕਿ ਕਰਮ ਸਾਨੂੰ ਆਪਣੇ ਬੜੇ ਉੱਚੇ ਕਰਨੇ ਨੇ। ਔਰ ਅਸੀਂ ਇਹ ਬਾਣੀ 'ਚ ਵੀ ਪੜ੍ਹਦੇ ਹਾਂ, ਕਬੀਰ ਜੀ ਨੇ ਵੀ ਕਿਹਾ ਹੈ ਕਿ ਉਹ ਪਿਛਲੇ ਕਈ ਜਨਮਾਂ ਤੋਂ ਉਹਨਾਂ ਨੂੰ ਆਪਣੇ ਜਨਮ ਯਾਦ ਸੀ ਕਿ ਉਹ ਪਿਛਲੇ ਜਨਮਾਂ 'ਚ ਉਹਨਾਂ ਨੇ ਕਿੰਨੀ ਭਗਤੀ ਕੀਤੀ, ਕਿਹੜੀ ਕਿਹੜੀ ਕੁੱਖ 'ਚ ਉਹ ਆਏ, ਕੌਣ ਕੌਣ ਉਹਨਾਂ ਦੀ ਮਾਤਾ ਸੀ। ਤੇ ਇਸ ਲਈ ਬਾਬਾ ਜੀ ਨੇ ਸਾਨੂੰ ਵਣਜਾਰੇ ਦਾ ਇੱਥੇ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ ਹੈ ਕਿ ਵਣਜਾਰੇ ਸਿੱਖ ਆਮਦੇ ਸ਼ਬਦ ਲੰਗਾਵਣ ਹਾਰ, ਕਿ ਜਿਸ ਤਰ੍ਹਾਂ ਬੰਜਾਰੇ ਭੋਜਨ ਦੀ ਤਲਾਸ਼ ਦੇ ਵਿੱਚ ਜਗ੍ਹਾ ਜਗ੍ਹਾ ਜਾਂਦੇ ਨੇ, ਉਸ ਤਰ੍ਹਾਂ ਹੀ ਮਨੁੱਖ ਭਜਨ ਕਰਕੇ ਇਧਰੋਂ ਉਧਰੋਂ ਭਟਕਾਣਾ, ਆਪਣੇ ਆਪ ਨੂੰ ਭਟਕਾਣਾ, ਅਸੀਂ ਇਸ ਤੋਂ ਅਸੀਂ ਮੁਕਤੀ ਪਾ ਸਕਦੇ ਹਾਂ। ਹੁਣ ਅਸੀਂ ਕਰਮ ਕਿਸ ਤਰ੍ਹਾਂ ਕਰੀਏ ਤੇ ਸਾਨੂੰ ਪਤਾ ਨਹੀਂ ਕਿ ਅਸੀਂ ਕਰਮ ਕਿਸ ਤਰ੍ਹਾਂ ਦੇ ਕਰਨੇ ਨੇ, ਤੇ ਸਾਨੂੰ ਬਾਣੀ ਸਭ ਕੁਝ ਦੱਸਦੀ ਹੈ। ਕਰਮ ਤੇ ਪਹਿਲਾਂ ਅਸੀਂ ਜੋ ਹੁਣ ਅਸੀਂ ਬੋਲਦੇ ਵੀ ਹਾਂ, ਇਹ ਵੀ ਅਸੀਂ ਕਰਮ ਕਰ ਰਹੇ ਹਾਂ ਕਿ ਅਸੀਂ ਅੱਛਾ ਬੋਲ ਰਹੇ ਹਾਂ ਜਾਂ ਅਸੀਂ ਮਾੜਾ ਬੋਲ ਰਹੇ ਹਾਂ। ਇਹਨਾਂ ਨੂੰ ਕਿਰਿਆਮਨ ਕਰਮ ਕਹਿੰਦੇ ਨੇ। ਔਰ ਜਿਹੜਾ 1 ਸੈਕਿੰਡ ਵੀ ਬੀਤਦਾ ਜਾ ਰਿਹਾ, ਜਿਹੜਾ ਇੱਕ ਸੈਂਟੈਂਸ ਮੇਰਾ ਪਹਿਲਾਂ ਹੋ ਗਿਆ और हुण जिहड़ा मेरा सेंटेंस मैं बोल रही हाँ, ये विच भी वो पास्ट होई जा रहा जो असी बोलते जाने वो संचित कर्म च आ जाते हैं। और बाणी दे विच ये सारे ने पढ़िया कि पूर्बले कर्म उही हुंदे ने जिहड़े जन्मां जिहड़े साडे कर्मां दे हिसाब दे नाल सानू ये इत्थे सानू जन्म मिलता है। ਹੁਣ ਕਈ ਵਾਰੀ ਸੰਗਤ ਜੀ ਅਸੀਂ ਆਪਣੇ ਕਰਮਾਂ ਦਾ ਤੇ ਦੋਸ਼ ਕਦੀ ਮੰਨਦੇ ਨਹੀਂ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਇਹ ਅਕਸਰ ਅਸੀਂ ਕਹਿੰਦੇ ਸੁਣਿਆ ਹੋਵੇਗਾ ਕਿ ਕੋਈ ਕਹਿੰਦਾ ਹੈ ਕਿ ਮੈਨੂੰ ਇਹ ਮੇਰੇ ਮਾਤਾ ਪਿਤਾ ਨਾ ਹੁੰਦੇ ਤੇ ਸ਼ਾਇਦ ਮੇਰਾ ਜੀਵਨ ਜ਼ਿਆਦਾ ਅੱਛਾ ਹੁੰਦਾ। ਕਈ ਕਹਿੰਦੇ ਨੇ
ਇਹ ਮੇਰਾ ਹਸਬੈਂਡ ਬੜਾ ਖਰਾਬ ਹੈ, ਅਗਰ ਇਹ ਮੇਰਾ ਹਸਬੈਂਡ ਇਹ ਨਾ ਹੁੰਦਾ ਤੇ ਮੇਰਾ ਜੀਵਨ ਸੁਖੀ ਹੁੰਦਾ। ਕਈ ਹਸਬੈਂਡ ਕਹਿੰਦੇ ਨੇ, ਕਈ ਆਦਮੀ ਕਹਿੰਦੇ ਨੇ ਕਿ ਅਗਰ ਇਹ ਮੇਰੀ ਵਾਈਫ ਨਾ ਹੁੰਦੀ ਤੇ ਮੇਰਾ ਜੀਵਨ ਕੁਝ ਹੋਰ ਹੋਣਾ ਸੀ। ਪਰ ਇਹ ਸਾਡੇ ਸਾਰੇ ਕਰਮਾਂ ਦੇ ਹਿਸਾਬ ਦੇ ਨਾਲ ਸਾਡੇ ਸੁੱਖ ਦੁੱਖ, ਸਾਡੇ ਸਗੇ ਸੰਬੰਧੀ ਜਿੰਨੇ ਵੀ ਹੈਗੇ ਨੇ, ਉਹ ਸਾਨੂੰ ਸਾਡੇ ਪੁਰਾਣੇ ਕਰਮਾਂ ਦੇ ਨਾਲ, ਜਿਨ੍ਹਾਂ ਨੂੰ ਅਸੀਂ ਦੁੱਖ ਦਿੱਤਾ ਸੀ ਪਿਛਲੇ ਜਨਮਾਂ 'ਚ, ਉਹ ਇਸ ਜਨਮ ਦੇ ਵਿੱਚ ਸਾਡਾ ਉਹ ਹਿਸਾਬ ਕਿਤਾਬ ਪੂਰਾ ਕਰਨ, ਸਾਡੇ ਨਾਲ ਕੋਈ ਨਾ ਕੋਈ ਰਿਸ਼ਤਾ ਬਣਾ ਕੇ ਆਣਗੇ। ਅਗਰ ਅਸੀਂ ਕਿਸੇ ਨੂੰ ਸੁੱਖ ਦਿੱਤਾ ਹੈ ਤੇ ਉਹ ਵੀ ਇਸ ਜਨਮ 'ਚ ਕੋਈ ਨਾ ਕੋਈ ਰਿਸ਼ਤਾ ਬਣਾ ਕੇ, ਚਾਹੇ ਕੋਈ ਫਰੈਂਡ ਬਣ ਜਾਏ, ਚਾਹੇ ਕੋਈ ਆਪਣਾ ਬੇਟਾ ਬਣ ਜਾਏ, ਬੇਟੀ ਬਣ ਜਾਏ, ਚਾਹੇ ਕੋਈ ਮਾਤਾ ਪਿਤਾ ਬਣ ਜਾਏ, ਉਹ ਕੋਈ ਨਾ ਕੋਈ ਸੰਬੰਧ ਬਣਾ ਕੇ ਇਸ ਜਨਮ 'ਚ ਸਾਨੂੰ ਮਿਲਣਗੇ ਕਿ ਸਾਡੇ ਸੁੱਖ ਦੁੱਖ, ਸਾਡੇ ਸਗੇ ਸੰਬੰਧੀਆਂ ਦੇ ਰੂਪ 'ਚ, ਸਾਡੇ ਫਰੈਂਡਸ ਦੇ ਰੂਪ 'ਚ ਅਸੀਂ ਕਿਹਨੂੰ ਕਿੱਥੇ ਮਿਲਣਾ ਹੈ, ਕਿਸ ਤੋਂ ਅਸੀਂ ਕਦੋਂ ਧੋਖਾ ਖਾਣਾ, ਕਿਸ ਦੇ ਥਰੂ ਅਸੀਂ ਕਿਸੇ ਤੋਂ ਫਾਇਦਾ ਚੁੱਕਣਾ ਹੈ, ਕਿਸ ਟਾਈਮ ਤੇ ਅਸੀਂ ਕੀ ਕਰਨਾ, ਇਹ ਸਾਰਾ ਸਾਡਾ ਪ੍ਰੀ ਫਿਕਸਡ ਅਸੀਂ ਆਪਣੇ ਕਰਮਾਂ 'ਚ ਲਿਖਾ ਕੇ ਆਨੇ ਹਾਂ। ਔਰ ਇਹ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਸਾਨੂੰ ਸੁੱਖ ਦੁੱਖ, ਸਾਡਾ ਸਾਰਾ ਕੁਝ, ਸਾਡੀ ਈਵਨ ਸਾਡੀ ਅਸੀਂ ਕਿੰਨੇ ਸਵਾਸ ਲੈਣੇ ਆ, ਇਹ ਵੀ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਅਸੀਂ ਲੈ ਕੇ ਆਨੇ ਹਾਂ। ਤੇ ਜਿਸ ਤਰ੍ਹਾਂ ਇੱਕ ਸਾਖੀ ਹੈਗੀ ਆ ਕਿ ਕਰਮਾਂ ਦੇ ਹਿਸਾਬ ਨਾਲ ਸਾਨੂੰ ਕਿਸ ਤਰ੍ਹਾਂ ਮਿਲਦਾ। ਜਦੋਂ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਦੀ ਸੇਵਾ ਕਰਾ ਰਹੇ ਸੀ ਤੇ ਉੱਥੇ ਇੱਕ ਰਾਜਾ ਸੇਵਾ ਵੀ ਕਰ ਰਿਹਾ ਸੀ ਤੇ ਬਾਬਾ ਜੀ ਰੋਜ਼ ਉਹਨਾਂ ਨੂੰ ਦੇਖ ਕੇ ਨਾ ਹਲਕਾ ਹਲਕਾ ਮੁਸਕਰਾ ਦਿੰਦੇ ਸੀ। ਤੇ ਉਹ ਰਾਜੇ ਨੇ ਸੋਚਿਆ, ਉਸ ਟਾਈਮ ਦਾ ਰਾਜਾ ਸੀ, ਰਾਜੇ ਨੇ ਸੋਚਿਆ ਕਿ ਪਾਤਸ਼ਾਹ ਮੈਨੂੰ ਦੇਖ ਕੇ ਮੁਸਕਰਾਉਂਦੇ ਨੇ। ਪਹਿਲਾਂ ਤੇ ਉਹਨਾਂ ਦੀ ਹਿੰਮਤ ਨਹੀਂ ਹੋਈ, ਪਰ ਉਹ ਇੱਕ ਦਿਨ ਹਿੰਮਤ ਕਰਕੇ ਉਹਨਾਂ ਨੇ ਪੁੱਛ ਲਿਆ ਕਿ ਪਾਤਸ਼ਾਹ ਤੁਸੀਂ ਮੇਰੇ ਵੱਲ ਵੇਖ ਕੇ ਤੁਸੀਂ ਮੁਸਕਰਾਉਂਦੇ ਹੋ, ਕੀ ਗੱਲ ਹੈ? ਤੇ ਬਾਬਾ ਜੀ ਨੇ ਉਹਨਾਂ ਨੂੰ ਇੱਕ ਬਾਬਾ ਨੇ ਸਟੋਰੀ ਦੇ ਰੂਪ 'ਚ, ਸਾਖੀ ਦੇ ਰੂਪ 'ਚ ਉਹਨਾਂ ਨੂੰ ਦੱਸਿਆ ਕਿ ਇੱਕ ਜਦੋਂ ਇੱਥੇ ਸੇਵਾ ਚੱਲ ਰਹੀ ਸੀ ਤੇ ਉੱਥੇ ਕਈ ਲੋਕ ਵੀ ਸੇਵਾ ਕਰ ਰਹੇ ਸੀ, ਕਈ ਮਜ਼ਦੂਰ ਵੀ ਸੇਵਾ ਕਰ ਰਹੇ ਸੀ, ਜੋ ਦਿਹਾੜੀ ਦੇ ਰੂਪ 'ਚ ਸੇਵਾ ਕਰ ਰਹੇ ਸੀ, ਔਰ ਕਈ ਜੋ ਨਿਸ਼ਕਾਮ ਸੇਵਾ ਕਰ ਰਹੇ ਸੀ, ਉਹ ਅਲੱਗ ਸੀ। ਤੇ ਉਹਨਾਂ ਦੇ ਵਿੱਚ ਜਦੋਂ ਸ਼ਾਮ ਹੁੰਦੀ ਸੀ ਤੇ ਜੋ ਦਿਹਾੜੀ ਦੇ ਰੂਪ 'ਚ ਸੇਵਾ ਕਰਦੇ ਸੀ, ਜੋ ਮਜ਼ਦੂਰ ਲੱਗੇ ਹੋਏ ਸੀ, ਉਹ ਆਪਣੀ ਦਿਹਾੜੀ ਲੈਂਦੇ ਸੀ ਔਰ ਚਲੇ ਜਾਂਦੇ ਸੀ। ਔਰ ਜੋ ਸੰਗਤ ਜੋ ਨਿਸ਼ਕਾਮ ਸੇਵਾ ਕਰ ਰਹੇ ਸੀ, ਉਹ ਸ਼ਾਮੀ ਜਾਂਦੇ ਸੀ ਬਾਬਾ ਜੀ ਦੇ ਦਰਸ਼ਨ ਕਰਕੇ, ਉਹਨਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਕੇ ਚਲੇ ਜਾਂਦੇ ਸੀ। ਤੇ ਇੱਕ ਦਿਨ ਇੱਕ ਮਜ਼ਦੂਰ ਨੇ ਸੋਚਿਆ ਕਿ ਮੈਂ ਇੱਕ ਦਿਨ ਦੀ ਦਿਹਾੜੀ ਨਹੀਂ ਲਵਾਂਗਾ। ਹਾਲਾਂਕਿ ਮਜ਼ਦੂਰ ਇੰਨਾ ਗਰੀਬ ਸੀ ਕਿ ਉਹ ਜੋ ਕਮਾਉਂਦਾ ਸੀ ਉਹ ਆਪਣੇ ਘਰ ਸ਼ਾਮੀ ਲੈ ਕੇ ਜਾਂਦਾ ਸੀ, ਤਾਂ ਉਹਦੇ ਘਰ ਖਾਣਾ ਪੱਕਦਾ ਸੀ। ਤੇ ਮਜ਼ਦੂਰ ਨੇ ਸੋਚਿਆ ਕਿ ਇੱਕ ਦਿਨ ਮੈਂ ਵੀ ਦਿਹਾੜੀ ਨਹੀਂ ਲੈਣੀ। ਤੇ ਉਹਨੇ ਆਪਣੇ ਮਨ 'ਚ ਸੋਚਿਆ। ਫਿਰ ਉਹਨੇ ਆਪਣੇ ਘਰ 'ਚ ਜਾ ਕੇ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਮੈਂ ਸੇਵਾ ਕਰਨਾ ਚਾਹੁੰਦਾ, ਜਿਹਦੀ ਕਿ ਮੈਂ ਦਿਹਾੜੀ ਨਹੀਂ ਲੈਣੀ, ਮੈਂ ਨਿਸ਼ਕਾਮ ਸੇਵਾ ਕਰਨਾ ਚਾਹੁੰਦਾ। ਤੇ ਉਹਦੀ ਫੈਮਿਲੀ ਨੇ ਉਹਨੂੰ ਪੂਰੇ ਸਪੋਰਟ ਕੀਤਾ। ਕਹਿੰਦੇ ਠੀਕ ਹੈ ਪਿਤਾ ਜੀ, ਤੁਸੀਂ ਅਗਰ ਸੇਵਾ ਕਰਨਾ ਚਾਹੁੰਦੇ ਹੋ, ਇੱਕ ਦਿਨ ਅਗਰ ਸਾਡੇ ਘਰ ਖਾਣਾ ਨਹੀਂ ਬਣੇਗਾ ਤੇ ਅਸੀਂ ਰਹਿ ਲਾਂਗੇ। ਤੇ ਇੰਨਾ ਕਹਿ ਕੇ ਬਾਬਾ ਜੀ ਚੁੱਪ ਹੋ ਜਾਂਦੇ ਨੇ। ਤੇ ਉਹ ਰਾਜਾ ਫਿਰ ਪੁੱਛਦਾ, ਕਹਿੰਦੇ ਤੇ ਸਤਿਗੁਰੂ ਫਿਰ ਉਸ ਦਾ ਕੀ ਬਣਿਆ? ਕਹਿੰਦੇ ਉਹ ਤੁਸੀਂ ਸੀਗੇ ਪਿਛਲੇ ਜਨਮ ਵਿੱਚ। ਤੇ ਰਾਜਾ ਸੋਚਦਾ ਹੈ, ਰਾਜਾ ਕਹਿੰਦਾ ਅਗਰ ਮੈਂ ਇੱਕ ਦਿਨ ਸੇਵਾ ਕੀਤੀ ਹੈ, ਅਗਰ ਇੱਕ ਦਿਨ ਮੈਂ ਅਗਰ ਨਿਸ਼ਕਾਮ ਸੇਵਾ ਕੀਤੀ ਹੈ ਤੇ ਮੈਨੂੰ ਉਹਦਾ ਇੰਨਾ ਫਲ ਮਿਲਿਆ ਹੈ ਕਿ ਮੈਂ ਇਸ ਜਨਮ ਦੇ ਵਿੱਚ ਰਾਜਾ ਬਣ ਕੇ ਪੈਦਾ ਹੋਇਆ। ਤੇ ਇਸ ਜਨਮ 'ਚ ਅਗਰ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ, ਅਗਰ ਇਸ ਜਨਮ 'ਚ ਮੈਨੂੰ ਮੌਕਾ ਮਿਲਿਆ ਕਿ ਸੇਵਾ ਕਰਨ ਦਾ, ਤੇ ਮੈਂ ਉਹ ਕਿਉਂ ਛੱਡਾਂ? ਤੇ ਸਿਰਫ ਸਾਨੂੰ ਅੱਛੇ ਕਰਮਾਂ ਦਾ ਨਹੀਂ, ਸਾਡੇ ਅਗਰ ਅਸੀਂ ਕੋਈ ਬੁਰੇ ਕਰਮ ਵੀ ਕਰਦਾ। ਇੱਕ ਦ੍ਰੋਪਦੀ ਦੀ ਉਹ ਹੈ, ਜਦੋਂ ਦ੍ਰੋਪਦੀ ਦਾ ਚੀਰ ਹਰਨ ਹੋਇਆ
ਤੇ ਉਹਨੇ ਕ੍ਰਿਸ਼ਨ ਜੀ ਦੇ ਅੱਗੇ ਉਹਨਾਂ ਨੂੰ ਅਰਦਾਸ ਕੀਤੀ। ਚੀਰ ਹਰਨ ਦੇ ਟਾਈਮ ਉਹਨਾਂ ਨੂੰ ਮਨ ਚ ਅਰਦਾਸ ਕਰ ਰਹੀ ਸੀ ਕਿ ਉਹਨਾਂ ਦੀ ਲਾਜ ਰੱਖੋ, ਤੇ ਉਹਨਾਂ ਦੀ ਲਾਜ ਰੱਖੀ ਵੀ। ਤੇ ਫਿਰ ਉਹਨੇ ਦ੍ਰੋਪਦੀ ਨੇ ਬਾਅਦ ਚੋਂ ਕ੍ਰਿਸ਼ਨ ਜੀ ਨੂੰ ਜਾ ਕੇ ਪੁੱਛਿਆ ਕਿ ਅਗਰ ਤੁਸੀਂ ਮੇਰੀ ਲਾਜ ਰੱਖੀ ਸੀ ਤੇ ਤੁਸੀਂ ਮੇਰੀ ਪਹਿਲਾਂ ਬੇਇੱਜ਼ਤੀ ਕਿਉਂ ਹੋਣ ਦਿੱਤੀ। ਤੇ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਕਿਹਾ, ਦ੍ਰੋਪਦੀ ਜੀ ਨੂੰ ਕਿਹਾ ਕਿ ਦੇਖੋ ਸੁਖ ਜੋ ਤੁਸੀਂ ਅੱਛੇ ਕਰਮ ਕੀਤੇ ਆ ਉਹਨਾਂ ਦਾ ਫਲ ਵੀ ਮਿਲਣਾ, ਜੋ ਤੁਸੀਂ ਬੁਰੇ ਕਰਮ ਕੀਤੇ ਆ ਉਹਨਾਂ ਦਾ ਫਲ ਵੀ ਮਿਲਣਾ। ਬੁਰੇ ਕਰਮ ਕੀਤੇ ਸੀ, ਉਹਨੇ ਵਿਅੰਗ ਕੱਸਿਆ ਸੀ ਕਿ ਅੰਧੇ ਕਾ ਪੁੱਤਰ ਅੰਧਾ, ਤੇ ਇਸ ਲਈ ਤੁਹਾਨੂੰ ਇਹ ਚੀਰ ਹਰਨ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ। ਔਰ ਅੱਛਾ ਕਰਮ ਸੀਗਾ ਕਿ ਤੁਸੀਂ ਇੱਕ ਸਾਧੂ ਨਦੀ 'ਚ ਇਸ਼ਨਾਨ ਕਰ ਰਿਹਾ ਸੀ ਤੇ ਪਾਣੀ ਦੇ ਬਹਾਵ ਦੇ ਨਾਲ ਉਹਦੀ ਧੋਤੀ ਚਲੀ ਜਾਂਦੀ ਹੈ, ਔਰ ਉਦੋਂ ਦ੍ਰੋਪਦੀ ਆਪਣੀ ਸਾੜੀ ਫਾੜ ਕੇ ਉਹਨੂੰ ਉਹ ਦਿੰਦੀ ਹੈ। ਤੇ ਕਹਿੰਦੇ ਸੀ ਇਹ ਤੁਸੀਂ ਅੱਛਾ ਕਰਮ ਕੀਤਾ ਕਿ ਤੁਸੀਂ ਕਿਸੇ ਨੂੰ ਤਨ ਢੱਕਣ ਵਾਸਤੇ ਤੁਸੀਂ ਆਪਣੀ ਸਾੜੀ ਦਿੱਤੀ। ਇਸ ਲਈ ਇਹ ਜੋ ਸਾਖੀਆਂ ਨੇ, ਇਹ ਜੋ ਸਾਨੂੰ ਕਹਾਣੀਆਂ ਨੇ, ਇਹ ਸਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਅਸੀਂ ਅੱਛੇ ਕਰਮ ਕਰੀਏ, ਅਸੀਂ ਜੋ ਦੁਨੀਆ ਤੇ ਕਰਨ ਆਏ ਆ ਅਸੀਂ ਉਹ ਕਰੀਏ। ਹੁਣ ਜਿਸ ਤਰ੍ਹਾਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇੱਕ ਸਾਖੀ ਹੈ ਕਿ ਜਦੋਂ ਆਪਣੇ ਦਰਬਾਰ 'ਚ ਸੀ ਤੇ ਇੱਕ ਰਿਛ ਆਇਆ ਤੇ ਉਹ ਤਮਾਸ਼ਾ ਦਿਖਾ ਰਿਹਾ ਸੀ, ਤੇ ਉਹਨਾਂ ਦਾ ਸੇਵਕ ਉਹ ਵੀ ਬੜਾ ਖੁਸ਼ ਹੋ ਰਿਹਾ ਸੀ ਕਿਉਂਕਿ ਰਿਛ ਸੀਗਾ, ਉਹ ਭਾਲੂ ਸੀ ਤੇ ਉਹ ਕਰਤੱਵ ਦਿਖਾ ਰਿਹਾ ਸੀ ਔਰ ਸਾਰੇ ਇੰਜੋਏ ਕਰ ਰਹੇ ਸੀ। ਤੇ ਉਹ ਸੇਵਕ ਵੀ ਮੰਦ ਪਿੱਛੇ ਮੁਸਕਰਾ ਰਹੇ ਸੀ, ਉਹਨਾਂ ਦੇ ਬਾਬਾ ਜੀ ਦੇ ਸੇਵਕ। ਤੇ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਮੁਸਕਰਾ ਰਹੇ ਹੋ, ਤੁਸੀਂ ਹੱਸ ਰਹੇ ਹੋ? ਕਹਿੰਦੇ ਹਾਂ ਦੇਖੋ ਇਹ ਕਰਤੱਵ ਵੀ ਇੰਨੇ ਅੱਛੇ ਦਿਖਾ ਰਿਹਾ ਹੈ ਕਿ ਅੱਛਾ ਲੱਗ ਰਿਹਾ। ਫਿਰ ਉਹਨਾਂ ਨੇ ਪੁੱਛਿਆ ਪਤਾ ਇਹ ਕੌਣ ਨੇ? ਇਹ ਤੇਰੇ ਪਿਛਲੇ ਜਨਮ ਦੇ ਤੇਰੇ ਪਿਤਾ ਜੀ ਨੇ। ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਨੇ ਕੀਤਾ ਸੀ ਕਿ ਉਹਨਾਂ ਨੇ ਜਦੋਂ ਗੁਰਦੁਆਰੇ 'ਚ ਪ੍ਰਸ਼ਾਦ ਵੰਡ ਰਹੇ ਸੀ ਤੇ ਉੱਥੇ ਇੱਕ ਗੁਰਸਿੱਖ ਆਏ ਸੀ ਜੋ ਬੈਲਗਾੜੀ ਤੇ ਜਾ ਰਹੇ ਸੀ। ਔਰ ਬੈਲਗਾੜੀ ਹੁੰਦੀ ਹੈ ਕਿ ਅਸੀਂ ਵੀ ਦੇਖਿਆ ਹੋਏਗਾ ਕਿ ਬੈਲਗਾੜੀ ਤੇ ਉਹ ਜਿਹੜਾ ਬੈਲਗਾੜੀ ਚਲਾ ਰਿਹਾ ਹੁੰਦਾ, ਉਹ ਅਗਰ ਚਲਾ ਵੀ ਜਾਏ ਨਾ, ਬੈਲ ਆਰਾਮ ਦੇ ਨਾਲ ਹੌਲੀ ਚਲੀ ਜਾਂਦਾ। ਤੇ ਉਹ ਸਿੱਖ ਜਾ ਕੇ ਗੁਰਦੁਆਰੇ 'ਚ ਉਹਨਾਂ ਨੂੰ ਕਹਿੰਦਾ ਭਾਈ ਜੀ ਨੂੰ ਜੋ ਪ੍ਰਸ਼ਾਦ ਵਰਤਾ ਰਹੇ ਸੀ ਕਿ ਮੈਨੂੰ ਤੁਸੀਂ ਜਲਦੀ ਪ੍ਰਸ਼ਾਦ ਦੇ ਦਿਓ, ਮੇਰੀ ਬੈਲ ਗੱਡੀ ਅੱਗੇ ਚਲੀ ਜਾਏਗੀ। ਉਹਨਾਂ ਨੇ ਕਿਹਾ ਕਿ ਵਾਰੀ ਆਉਣ ਤੇ ਮਿਲੇਗੀ। ਤੇ ਉਹਨਾਂ ਨੇ ਫਿਰ 2 ਮਿੰਟ ਬਾਅਦ ਫਿਰ ਕਿਹਾ, ਕਿਉਂਕਿ ਉਹ ਖੜੇ ਹੋ ਕੇ ਪ੍ਰਸ਼ਾਦ ਲੈ ਰਹੇ ਸੀ, ਉਹਨਾਂ ਨੇ ਫਿਰ ਕਿਹਾ ਕਿ ਮੇਰੀ ਬੈਲ ਗੱਡੀ ਅੱਗੇ ਚਲੀ ਜਾਏਗੀ, ਤੁਸੀਂ ਮੈਨੂੰ ਪ੍ਰਸ਼ਾਦ ਦੇ ਦਿਓ। ਤੇ ਕਹਿੰਦੇ ਕਿਉਂ ਰਿਛ ਵਾਂਗੂ ਟੱਪ ਰਿਹਾ, ਇੱਕ ਵਾਰੀ ਸੁਣਿਆ ਨਹੀਂ, ਤੈਨੂੰ ਪ੍ਰਸ਼ਾਦ ਮਿਲ ਜਾਏਗਾ। ਤੇ ਸਾਡਾ ਬੋਲਣਾ ਵੀ, ਸਾਡੇ ਕਰਮ ਤੇ ਅਸੀਂ ਚੰਗੇ ਕਰਨੇ, ਅਸੀਂ ਹੱਥਾਂ ਦੇ ਨਾਲ, ਸਾਡੀ ਬਾਣੀ 'ਚ ਵੀ ਸ਼ੁਭ ਕਰਮ ਹੋਣੇ ਚਾਹੀਦੇ ਆ ਕਿ ਅਸੀਂ ਕਿਸੇ ਨੂੰ ਦਿਲ ਦੁਖਾਉਣ ਵਾਲੀ ਗੱਲ ਨਾ ਕਰੀਏ। ਅਸੀਂ ਕਿਸੇ ਨੂੰ ਅਸੀਂ ਆਪਣੇ ਅਗਰ ਬਾਣੀ ਦੇ ਨਾਲ, ਅਗਰ ਅਸੀਂ ਆਪਣੇ ਵਚਨਾਂ ਦੇ ਨਾਲ, ਅਗਰ ਅਸੀਂ ਸਾਡੇ ਬੋਲਣ ਦੇ ਨਾਲ ਅਗਰ ਕਿਸੇ ਨੂੰ ਸੁੱਖ ਮਿਲਦਾ ਅਸੀਂ ਉਹ ਕਰੀਏ। ਅਗਰ ਕਿਸੇ ਦੀ ਕੋਈ ਗੱਲ ਬੁਰੀ ਵੀ ਲੱਗਦੀ ਹੈ ਤੇ ਫਰੀਦ ਜੀ ਵੀ ਕਹਿੰਦੇ ਨੇ ਕਿ ਬੁਰੇ ਕਾ ਭਲਾ ਕਰ। ਅਸੀਂ ਉਹ ਨਹੀਂ ਕਰਨਾ, ਅਸੀਂ ਸਿਰਫ ਆਪਣਾ ਮਕਸਦ ਦੇਖਣਾ ਕਿ ਅਸੀਂ ਕੀ ਕਰਨ ਆਏ ਹਾਂ ਤੇ ਅਸੀਂ ਕੀ ਕਰਨਾ, ਸਾਨੂੰ ਬਾਣੀ ਕੀ ਕਹਿੰਦੀ ਹੈ ਕਰਨ ਵਾਸਤੇ। ਇੱਥੇ ਹੈ ਵਣਜਾਰੇ ਸਿੱਖ ਆਮਦੇ ਸ਼ਬਦ ਲੰਗਾਵਣ ਹਾਰ। ਕਹਿੰਦੇ ਨੇ ਜਿਸ ਤਰ੍ਹਾਂ ਬੰਜਾਰੇ ਭੋਜਨ ਵਾਸਤੇ ਇੱਧਰ ਉੱਧਰ ਭਟਕਦੇ ਨੇ ਨਾ, ਤੇ ਅਸੀਂ ਵੀ ਮਨੁੱਖ ਜੀਵਨ ਅਸੀਂ ਲੈਣ ਆਉਂਦੇ ਹਾਂ ਇੱਥੇ, ਅਸੀਂ ਵੀ ਭਟਕ ਕੇ ਅਸੀਂ ਆਉਂਦੇ ਹਾਂ, ਅਸੀਂ ਫਿਰ ਕੇ ਆਉਂਦੇ ਹਾਂ। ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਈ। ਤੇ ਅਸੀਂ ਐਦਾਂ ਭਟਕਦੇ ਹੋਏ ਅਸੀਂ ਆਉਂਦੇ ਹਾਂ ਆਪਣੇ ਕਰਮਾਂ ਦਾ ਫਲ ਲੈ ਕੇ। ਤੇ ਕਿਸ ਤਰ੍ਹਾਂ ਇਹਦਾ ਹੋਏਗਾ? ਸ਼ਬਦ ਲੰਘਾਵਣ ਹਾਰ। ਅਸੀਂ ਔਰ ਸਾਨੂੰ ਪਾਰ ਕੌਣ ਲੰਘਾਏਗਾ? ਸਾਨੂੰ ਸ਼ਬਦ, ਸਾਨੂੰ ਗੁਰੂ ਦੇ ਸ਼ਬਦ ਪਾਰ ਲੰਘਾਣਗੇ ਸਾਨੂੰ। ਔਰ ਗੁਰੂ ਦੇ ਸ਼ਬਦ ਪਾਰ ਕਿੱਦਾਂ ਲੰਘਾਣਗੇ? ਸਾਨੂੰ ਸਿਰਫ ਬਾਣੀ ਪੜਨ ਦੇ ਨਾਲ ਸਾਨੂੰ ਪਾਰ ਉਤਾਰਾ ਸਾਡਾ ਨਹੀਂ ਹੋਏਗਾ। ਸਾਨੂੰ ਜੋ ਬਾਬਾ ਜੀ ਨੇ ਸਾਨੂੰ ਰਸਤਾ ਦਿਖਾਇਆ, ਸਾਨੂੰ ਉਹਦੇ ਤੇ ਚੱਲਣਾ ਪਏਗਾ। ਹੁਣ ਇੱਥੇ ਹੈਗਾ ਸਤਿਗੁਰ ਸੇਵੀਏ ਆਪਣਾ, ਪਾਈਐ ਨਾਮ ਅਪਾਰ। ਕਿ ਸਾਨੂੰ ਜੋ ਵਾਹਿਗੁਰੂ ਨੇ, ਜੋ ਸਾਨੂੰ ਬਾਬਾ ਜੀ ਨੇ ਸਾਨੂੰ ਜੋ ਮਾਰਗ ਦਿੱਤਾ ਹੈ, ਜੋ ਸਾਨੂੰ ਮਾਰਗ ਦੱਸਿਆ ਹੈ ਕਿ ਤੁਸੀਂ ਇਸ ਮਾਰਗ ਤੇ ਚੱਲਣਾ ਹੈ, ਤੇ ਉਸ ਮਾਰਗ ਤੇ ਚੱਲ ਕੇ ਸ਼ੁਭ ਕਰਮ ਕਰਕੇ ਅਸੀਂ ਫਿਰ ਕਿਸ ਚੀਜ਼ ਦੀ ਕਮਾਈ ਕਰਨੀ ਹੈ? ਅਸੀਂ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨੀ ਹੈ। ਫਿਰ ਸਾਡੇ ਵਾਹਿਗੁਰੂ ਜੀ
ਐਨਾ ਸਾਨੂੰ ਬਾਬਾ ਜੀ ਸਾਡੇ ਤੇ ਜਿਹੜਾ ਨਾਮ ਦਾ ਜਿਹੜਾ ਖਜ਼ਾਨਾ, ਜਿਹੜਾ ਨਾਮ ਦਾ ਖਜ਼ਾਨਾ, ਉਹਦੀ ਫਿਰ ਸਾਡੇ ਤੇ ਬਖਸ਼ਿਸ਼ ਹੁੰਦੀ ਆ। ਫਿਰ ਉਹ ਇੱਕ ਵਾਰੀ ਬਾਣੀ ਦਾ ਜਦੋਂ ਰਸ ਆਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਦੇ 'ਚ ਬੰਦਾ ਉਹਦੇ 'ਚ ਡੁੱਬਦਾ ਚਲਾ ਜਾਂਦਾ। ਪਰ ਸਾਰਿਆਂ ਨਾਲੋਂ ਵੱਡੀ ਗੱਲ, ਉਹ ਰਸ ਆਣਾ ਮੁਸ਼ਕਿਲ ਹੈ। ਔਰ ਰਸ ਕਿੱਦਾਂ ਆਏਗਾ? ਜਦੋਂ ਅਸੀਂ ਬਾਣੀ ਪੜਾਂਗੇ ਔਰ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋਏਗੀ। ਹੁਣ ਕਈ ਲੋਕੀ ਕਹਿੰਦੇ ਨੇ ਕਿ ਜਦੋਂ ਰੱਬ ਚਾਹੇਗਾ ਅਸੀਂ ਤੇ ਬਾਣੀ ਉਦੋਂ ਪੜਾਂਗੇ, ਬਾਬਾ ਜੀ ਪਾਠ ਕਰਾਣਗੇ ਤੇ ਅਸੀਂ ਕਰਾਂਗੇ। ਪਰ ਐਫਰਟ ਤੇ ਸਾਨੂੰ ਲੈਣਾ ਪਏਗਾ। ਅਸੀਂ ਐਫਰਟ ਨਹੀਂ ਲਵਾਂਗੇ ਤੇ ਉਦੋਂ ਤੱਕ ਕਿਸ ਤਰ੍ਹਾਂ ਬਿਨਾਂ ਐਫਰਟ ਤੋਂ ਤੇ ਰੋਟੀ ਸਾਹਮਣੇ ਪਈ ਹੋਏਗੀ ਤੇ ਅਸੀਂ ਆਪਣੇ ਮੂੰਹ 'ਚ ਪਾਵਾਂਗੇ ਤਾਂ ਹੀ ਰੋਟੀ ਸਾਡੇ ਮੂੰਹ 'ਚ ਜਾਏਗੀ। ਇਸ ਲਈ ਐਫਰਟ ਵੀ ਸਾਨੂੰ ਲੈਣਾ। ਬਾਬਾ ਜੀ ਨੇ ਸਾਨੂੰ ਇੰਨੀ ਸੋਝੀ ਦਿੱਤੀ ਹੈ, ਸਾਨੂੰ ਉਹਨਾਂ ਨੇ ਇੰਨਾ ਸਾਨੂੰ ਸੋਹਣਾ ਤਨ ਦਿੱਤਾ, ਉਹਨਾਂ ਨੇ ਸਾਨੂੰ ਸੋਹਣਾ ਮਨ ਦਿੱਤਾ, ਔਰ ਉਹਨਾਂ ਨੇ ਸਾਨੂੰ ਸੋਹਣਾ ਦਿਮਾਗ ਦਿੱਤਾ, ਔਰ ਉਹਨਾਂ ਨੇ ਸਾਨੂੰ ਇੱਕ ਚੀਜ਼ ਲਿਖ ਕੇ ਗੁਰੂ ਗ੍ਰੰਥ ਸਾਹਿਬ 'ਚ ਦੇ ਦਿੱਤੀ ਹੈ। ਜੇ ਅਸੀਂ ਪੜ੍ਹ ਕੇ ਉਹਦੇ ਤੇ ਅਮਲ ਨਾ ਕਰੀਏ ਤੇ ਇਹ ਫਿਰ ਕਮੀ ਸਾਡੇ 'ਚ। ਭੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾ। ਔਰ ਇਹ ਜਿਹੜੇ ਸੰਸਾਰ ਸਾਗਰ ਤੋਂ ਜਦੋਂ ਨਾਮ ਦਾ ਸਾਡੇ ਕੋ ਭੰਡਾਰ ਇਕੱਠਾ ਹੋ ਜਾਏਗਾ ਨਾ, ਇਹਦੇ ਤੋਂ ਹੀ ਫਿਰ ਸਾਡਾ ਜੇ ਪਾਰ ਉਤਾਰਾ ਹੋਣਾ। ਫਿਰ ਜਿਹੜਾ ਸੰਸਾਰ ਹੈਗਾ ਨਾ, ਉਹਦੇ ਤੋਂ ਵੀ ਸਾਡੀ ਫਿਰ ਮੁਕਤੀ ਤਾਂ ਹੀ ਮਿਲੇਗੀ। ਹਰ ਇੱਕ ਚੀਜ਼ ਸਾਨੂੰ ਨਾਮ ਨੇ, ਬਾਣੀ ਨੇ ਦੇਣੀ ਹੈ। ਦੇਖੋ ਦੁੱਖ ਸੁੱਖ ਤੇ ਜ਼ਰੂਰ ਆਣਗੇ, ਪਰ ਉੱਥੇ ਦੁੱਖ ਸੁੱਖ ਅਸੀਂ ਆਪਣੇ ਘਟਾ ਵਧਾ ਸਕਦੇ ਹਾਂ। ਚੰਗੇ ਕਰਮ ਕਰਕੇ ਅਸੀਂ ਆਪਣੇ ਦੁੱਖ ਸੁੱਖ ਘਟਾ ਸਕਦੇ ਹਾਂ। ਅਸੀਂ ਆਪਣੇ ਸਵਾਸ ਨਹੀਂ ਵਧਾ ਘਟਾ ਸਕਦੇ। ਅਸੀਂ ਆਪਣਾ ਜਿਸ ਘਰ 'ਚ ਸਾਡਾ ਜਨਮ ਹੋ ਗਿਆ, ਅਸੀਂ ਉਹ ਵਧਾ ਘਟਾ ਨਹੀਂ ਸਕਦੇ। ਪਰ ਜੋ ਅਸੀਂ ਕਰਮ ਕਰ ਰਹੇ ਹਾਂ, ਆਪਣੇ ਕਰਮਾਂ ਅਨੁਸਾਰ ਆਪਣੇ ਕਰਮ ਸ਼ੁਭ ਕਰਕੇ ਅਸੀਂ ਆਪਣੇ ਦੁੱਖ ਸੁੱਖ ਜ਼ਿਆਦਾ ਜਾਂ ਘਟਾ ਸਕਦੇ ਹਾਂ। ਧੰਨ ਧੰਨ ਸੇ ਸਾਹ ਹੈ ਜੇ ਨਾਮ ਕਰੇ ਵਪਾਰ। ਔਰ ਉਹੀ ਮਨੁੱਖ ਧੰਨ ਹੈ। ਬਾਬਾ ਜੀ ਨੇ ਕਿਹਾ ਉਹੀ ਮਨੁੱਖ ਧੰਨ ਹੈ ਜੋ ਕੀ ਕਰਦਾ ਹੈ, ਜੋ ਤੇਰੇ ਨਾਮ ਦਾ ਵਪਾਰ ਕਰਦਾ ਹੈ। ਤੇ ਇੱਕ ਵਪਾਰ ਹੁੰਦਾ, ਵਪਾਰ ਕਹਿੰਦੇ ਨੇ ਟ੍ਰੇਡ। ਇੱਕ ਚੀਜ਼ ਆਣੀ, ਇੱਕ ਚੀਜ਼ ਜਾਣੀ, ਉਹ ਹੁੰਦੀ ਹੈ ਟ੍ਰੇਡ। ਅਸੀਂ ਸਮਾਨ ਵੇਚਿਆ, ਬਦਲੇ 'ਚ ਪੈਸੇ ਆਏ। ਤੇ ਟ੍ਰੇਡ ਸਾਨੂੰ ਬਾਬਾ ਜੀ ਨੇ ਇੱਥੇ ਬੜਾ ਡੀਪ ਮੀਨਿੰਗ ਵਪਾਰ ਦਾ ਕੀਤਾ ਹੈ। ਵਪਾਰ ਇੱਕ ਚੀਜ਼ ਜਾਣੀ, ਇੱਕ ਚੀਜ਼ ਆਣੀ। ਜਿਸ ਤਰ੍ਹਾਂ ਕਿ ਸਾਡੇ ਸਰੀਰ ਦੇ ਵਿੱਚ ਸਵਾਸ ਇੱਕ ਅੰਦਰ ਜਾਂਦਾ ਹੈ, ਇੱਕ ਬਾਹਰ ਆਉਂਦਾ ਹੈ। ਤੇ ਸਾਨੂੰ ਵਪਾਰ ਕਿੱਦਾਂ ਕਰਨਾ? ਹਰ ਇੱਕ ਸਾਹ ਦੇ ਨਾਲ ਅੰਦਰ ਵਾਹਿਗੁਰੂ, ਹਰ ਸਾਹ ਦੇ ਨਾਲ ਵਾਹਿਗੁਰੂ। ਸਾਨੂੰ ਸਵਾਸ ਸਿਮਰਨਾ ਹੈ, ਸਾਨੂੰ ਸਵਾਸ ਉਹਦਾ ਨਾਮ ਜਪਣਾ ਹੈ, ਸਾਨੂੰ ਸਵਾਸ ਵਾਹਿਗੁਰੂ ਨੂੰ ਯਾਦ ਰੱਖਣਾ ਹੈ, ਸਾਨੂੰ ਸਵਾਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ। ਔਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਨਿਸ਼ਕਾਮ ਕੰਮ ਕਰੀਏ, ਨਿਸ਼ਕਾਮ ਸਾਡੇ ਕਰਮ ਹੋ ਜਾਣ, ਸਾਨੂੰ ਕਿਸੇ ਦੀ ਚੀਜ਼ ਦਾ ਲਾਲਚ ਨਾ ਹੋਏ। ਅਸੀਂ ਅਗਰ ਪਾਠ ਕਰਦੇ ਹਾਂ, ਅਸੀਂ ਤਾਂ ਵੀ ਲਾਲਚ ਨਾਲ ਕਰਦੇ ਹਾਂ ਕਿ ਅਸੀਂ ਪਾਠ ਕਰਾਂਗੇ ਸਾਨੂੰ ਇਹ ਮਿਲੇਗਾ, ਸਾਨੂੰ ਪਾਠ ਕਰਾਂਗੇ ਸਾਨੂੰ ਇਹ ਮਿਲੇਗਾ। ਜਦੋਂ ਸਾਡੇ ਨਾਲ ਕੋਈ ਬੁਰਾ ਕਰਦਾ ਹੈ, ਅਸੀਂ ਉਹਨੂੰ ਦੋਸ਼ ਦਿੰਦੇ ਹਾਂ। ਜਦੋਂ ਦੁਨੀਆ ਸੰਸਾਰ ਦੇ ਲੋਕਾਂ ਨੂੰ ਦੋਸ਼ ਦਿੰਦੇ ਹਾਂ, ਉਸ ਤੋਂ ਬਾਅਦ ਜਦੋਂ ਸਾਡਾ ਬਸ ਨਹੀਂ ਚੱਲਦਾ ਤੇ ਅਸੀਂ ਪਰਮਾਤਮਾ ਨੂੰ ਦੋਸ਼ ਦੇਣਾ ਸ਼ੁਰੂ ਕਰ ਦੇਣਾ। ਬਾਬਾ ਜੀ ਤੁਸੀਂ ਮੇਰੇ ਨਾਲ ਗਲਤ ਕੀਤਾ, ਮੈਂ ਤੇ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ, ਮੈਂ ਤੇ ਕਦੀ ਕਿਸੇ ਦਾ ਗਲਤ ਸੋਚਿਆ ਨਹੀਂ। ਪਰ ਇੱਕ ਵਾਹਿਗੁਰੂ ਦੀ ਦਰਗਾਹ ਐਦਾਂ ਦੀ ਹੈ ਜਿੱਥੇ ਕਿ ਸਿਰਫ ਇਨਸਾਫ ਹੀ ਇਨਸਾਫ ਹੈ। ਉੱਥੇ ਕਿਸੇ ਦੇ ਨਾਲ ਭੇਦਭਾਵ ਨਹੀਂ, ਉੱਥੇ ਕਿਸੇ ਦੇ ਨਾਲ ਪਾਰਸ਼ੈਲਿਟੀ ਨਹੀਂ, ਉੱਥੇ ਕੋਈ ਆਦਮੀ ਔਰ ਔਰਤ ਦਾ ਭੇਦ ਨਹੀਂ, ਉੱਥੇ ਕਿਸੇ ਵੀ ਚੀਜ਼ ਦਾ ਭੇਦਭਾਵ ਨਹੀਂ ਹੈ। ਉੱਥੇ ਚਾਹੇ ਕੋਈ ਕ੍ਰਿਸਚਨ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਗਰੀਬ ਹੈ, ਅਮੀਰ ਹੈ, ਉੱਥੇ ਸੱਚੇ ਦਰਗਾਹ ਦੇ ਵਿੱਚ ਉੱਥੇ ਸੱਚਾ ਹੀ ਨਿਆਏ ਹੁੰਦਾ ਹੈ। ਇਸ ਲਈ ਉਹਦਾ ਪਾਰ ਉਤਾਰਾ ਹੁੰਦਾ ਹੈ ਜੋ ਕਿ ਨਾਮ ਦਾ ਵਪਾਰ ਕਰਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦਾ ਹੈ। ਇਸ ਲਈ ਸਾਸ ਸਿਮਰੋ ਗੋਬਿੰਦ। ਇਸ ਲਈ ਹਰ ਸਵਾਸ ਨਾਲ ਸਾਨੂੰ ਵਾਹਿਗੁਰੂ ਯਾਦ ਕਰਨਾ ਔਰ ਸ਼ੁਕਰਾਨਾ ਕਰਨਾ ਹੈ। ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ।
ਹੁਣ ਇੱਥੇ ਉਹੀ ਆ ਜਾਂਦਾ ਜਿਨ੍ਹਾਂ ਤੇ ਕਿਰਪਾ ਹੋਈ, ਪਰ ਕਿਰਪਾ ਉਦੋਂ ਹੀ ਹੋਏਗੀ ਜਦੋਂ ਅਸੀਂ ਆਪਣੇ ਆਪ ਨੂੰ ਉਸ ਲਾਇਕ ਬਣਾਵਾਂਗੇ। ਅਸੀਂ ਉਸ ਲਾਇਕ ਜਦੋਂ ਬਾਬੇ ਦੀ ਨਜ਼ਰਾਂ 'ਚ ਆਵਾਂਗੇ ਕਿ ਇਹ ਲਾਇਕ ਹੈ, ਇਹਨੂੰ ਮੈਂ ਇਹ ਡਿਜ਼ਰਵ ਕਰਦਾ ਕਿ ਇਹਨੂੰ ਇਹਦੇ ਤੇ ਕਿਰਪਾ ਹੋਵੇ, ਇਹਨੂੰ ਮੈਂ ਇਹ ਦੇਵਾਂ, ਇਹ ਅੱਛੇ ਕਰਮ ਕਰ ਰਿਹਾ, ਇਹ ਮੇਰੇ ਕਹਿਣ ਤੇ ਜਾ ਰਿਹਾ। ਔਰ ਬਾਬਾ ਜੀ ਤੇ ਇੰਨੇ ਦਿਲਦਾਰ ਨੇ, ਇੰਨੇ ਦਿਆਲੂ ਨੇ ਕਿ ਉਹਨਾਂ ਨੇ ਤੇ ਅਸੀਂ ਇੱਕ ਵਾਰੀ ਅਸੀਂ ਅਗਰ ਉਹਨਾਂ ਨੂੰ ਕੁਝ ਕਹਾਂਗੇ ਬਾਬਾ ਜੀ ਦੇ ਸਾਨੂੰ ਹਾਲੇ ਤੇ ਇੰਨੇ ਸਾਡੇ ਬਖਸ਼ਦੇ ਨੇ ਗੁਨਾਹ। ਹਾਲੇ ਅਗਰ ਸਾਨੂੰ ਬਾਬਾ ਜੀ ਨੇ ਘਰ ਦਿੱਤਾ ਹੈ, ਇਹ ਸਾਨੂੰ 3 ਵਕਤ ਦੀ 2 ਵਕਤ ਦੀ ਸਾਨੂੰ ਰੋਟੀ ਮਿਲ ਰਹੀ ਹੈ, ਸਾਨੂੰ ਪਾਣ ਨੂੰ ਕੱਪੜਾ ਮਿਲ ਰਿਹਾ, ਸਾਨੂੰ ਹਰ ਇੱਕ ਚੀਜ਼ ਬਾਬਾ ਜੀ ਘਰ ਬੈਠੇ ਦੇ ਰਹੇ ਨੇ, ਤੇ ਇਹ ਉਹਨਾਂ ਦੀ ਰਹਿਮਤ ਹੈ। ਅਸੀਂ ਇੰਨਾ ਡਿਜ਼ਰਵ ਨਹੀਂ ਕਰਦੇ, ਸਾਡੇ ਕਰਮ ਇੰਨੇ ਚੰਗੇ ਨਹੀਂ ਹੈ, ਪਰ ਬਾਬਾ ਜੀ ਫਿਰ ਵੀ ਸਾਨੂੰ ਉਹ ਸਾਡੀ ਭੁੱਲਾਂ ਬਖਸ਼ ਕੇ ਸਾਨੂੰ ਇਹ ਸਾਰਾ ਕੁਝ ਦੇ ਰਹੇ ਨੇ। ਤੇ ਇਸ ਲਈ ਸੰਗਤ ਜੀ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਾਨੂੰ ਇਸ ਲਾਇਕ ਬਣਾਓ ਬਾਬਾ ਜੀ, ਸਾਡੇ ਤੇ ਕਿਰਪਾ ਕਰੋ ਕਿ ਅਸੀਂ ਤੁਹਾਡਾ ਨਾਮ ਜਪ ਸਕੀਏ, ਅਸੀਂ ਇਹੋ ਜਿਹੇ ਕਰਮ ਕਰ ਸਕੀਏ ਜੋ ਕਿ ਤੁਸੀਂ ਚਾਹੁੰਦੇ ਹੋ ਆਪਣੇ ਸਿੱਖ ਦੇ ਹੱਥੀਂ ਹੋਏ। ਤੁਸੀਂ ਸਾਨੂੰ ਇਹੋ ਜਿਹਾ ਮਨੁੱਖ ਜੀਵਨ ਦਿੱਤਾ ਹੈ ਜਿਹਦੇ 'ਚ ਅਸੀਂ ਤੁਹਾਡਾ ਨਾਮ ਸਿਮਰਨ ਕਰ ਸਕਦੇ ਹਾਂ, ਅਸੀਂ ਤੁਹਾਡੀ ਬਾਣੀ ਪੜ੍ਹ ਸਕਦੇ ਹਾਂ, ਔਰ ਸਾਰਿਆਂ ਨਾਲੋਂ ਵੱਡੀ ਅਸੀਂ ਅੱਛੇ ਕਰਮ ਕਰ ਸਕਦੇ ਹਾਂ। ਪਰ ਇਹਦੇ ਵਾਸਤੇ ਐਫਰਟ ਸਾਨੂੰ ਖੁਦ ਨੂੰ ਲੈਣਾ ਪਏਗਾ, ਸਾਨੂੰ ਆਪ ਨੂੰ ਕਰਨਾ ਪਏਗਾ, ਔਰ ਸਾਨੂੰ ਦੋਸ਼ ਕਿਸੇ ਨੂੰ ਨਹੀਂ ਦੇਣਾ, ਕਿਉਂਕਿ ਬਾਣੀ ਕਹਿੰਦੀ ਹੈ ਦੱਦੇ ਦੋਸ ਨਾ ਦੇਉ ਕੋ ਕਿਸੈ ਦੋਸ ਕਰਮਾ ਆਪਣਿਆ, ਕਿ ਸਾਡਾ ਆਪਣਾ ਹੀ ਦੋਸ਼ ਹੁੰਦਾ ਹੈ ਔਰ ਅਸੀਂ ਦੋਸ਼ ਦਿੰਦੇ ਰਹਿੰਦੇ ਹਾਂ ਦੂਸਰਿਆਂ ਨੂੰ। ਜੋ ਬੀਜੈ ਸੋ ਲੂਣਾ, ਜੋ ਬੀਜਾਂਗੇ ਅਸੀਂ ਉਹੀ ਕੱਟਣਾ। ਇਸ ਲਈ ਸੰਗਤ ਜੀ ਕੋਸ਼ਿਸ਼ ਕਰੀਏ ਸਾਡੇ ਵੱਲੋਂ ਅੱਛੇ ਕੰਮ ਹੋਣ, ਅਸੀਂ ਅੱਛੀ ਸੰਗਤ ਕਰੀਏ। ਅਸੀਂ ਆ ਜਿਹੜੀ ਸੰਗਤ ਕਰ ਰਹੇ ਹਾਂ ਇਹ ਵੀ ਬਾਬਾ ਜੀ ਨੇ ਹਰ ਇੱਕ ਨੂੰ ਡਿਊਟੀ ਦਿੱਤੀ ਹੋਈ ਹੈ ਕਿ ਤੁਹਾਡੇ ਥਰੂ ਇਹ ਹੋਣਾ, ਤੁਹਾਡੇ ਥਰੂ ਇਹ ਹੋਣਾ, ਤੁਸੀਂ ਐਦਾਂ ਕਰਨਾ, ਤੁਸੀਂ ਐਦਾਂ ਕਰਨਾ ਹੈ। ਇਹ ਵੀ ਬਾਬਾ ਜੀ ਨੇ ਡਿਊਟੀਆਂ ਪਹਿਲਾਂ ਵੰਡ ਕੇ ਹੀ ਸਾਨੂੰ ਭੇਜੀਆਂ। ਇਹਦੇ 'ਚ ਅਸੀਂ ਐਡ ਔਨ ਕਰ ਸਕਦੇ ਹਾਂ ਚੰਗੇ ਕਰਮ ਕਰਕੇ, ਸ਼ੁਭ ਕਰਮ ਕਰਕੇ। ਤੇ ਵਾਹਿਗੁਰੂ ਜੀ ਇੰਨੀ ਕਿਰਪਾ ਕਰਨ, ਬਾਬਾ ਜੀ ਸਾਰਿਆਂ ਤੇ ਮਿਹਰ ਰੱਖਣ, ਸਾਰੇ ਤੇ ਕਿਰਪਾ ਕਰਨ, ਆਪਣੇ ਚਰਣੀ ਬਾਬਾ ਜੀ ਸਾਰਿਆਂ ਨੂੰ ਲਗਾ ਕੇ ਰੱਖਣ। ਆਓ ਸੰਗਤ ਜੀ ਇਹ ਅਸੀਂ ਹੁਣ ਸ਼ਬਦ ਪੜ੍ਹੀਏ। ਜੇ ਕੋਈ ਗਲਤੀ ਹੋ ਗਈ ਹੋਏ ਤੇ ਸੰਗਤ ਜੀ ਮਾਫ ਕਰ ਦੇਣਾ। ਵਣਜਾਰੇ ਸਿੱਖ ਆਮਦੇ, ਵਣਜਾਰੇ ਸਿੱਖ ਆਮਦੇ, ਵਣਜਾਰੇ ਸਿੱਖ ਆਮਦੇ, ਵਣਜਾਰੇ ਸਿੱਖ ਆਮਦੇ, ਸ਼ਬਦ ਲੰਘਾਵਣ ਹਾਰ, ਸ਼ਬਦ ਲੰਘਾਵਣ ਹਾਰ, ਸ਼ਬਦ ਲੰਘਾਵਣ ਹਾਰ, ਵਣਜਾਰੇ ਸਿੱਖ
ले हर दात कर दातार पौजल डुबदिया कढ ले पौजल डुबदिया कढ ले हरदा करे दातार पौजल डुबदिया कढ ले हर दात कर दातार शब्द लंगावण हार शब्द लंगावण हार बन जा रे सिख आमदे बन जा रे सिख आमदे तन तन से साह है जे नाम करवा पार तन तन से साह है जे नाम करवा पार शब्द लंगावण हार शब्द लंगावण हार बन जा रे सिख आमदे बन जा रे सिख आमदे जन नानक जिनको कृपा पई तिन सेवया सिरजनहार जन नानक जिनको कृपा पई तिन सेवया सिरजनहार शब्द लंगावण हार शब्द लंगावण हार बन जा रे सिख आमदे बन जा रे सिख आमदे बन जा रे सिख आमदे शब्द लंगावण हार शब्द लंगावण हार बन जा रे सिख आमदे बन जा रे सिख आमदे बन जा रे 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 सिख आमदे शब्द